ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਸਾਨੂੰ ਕਿਉਂ ਜ਼ਰੂਰੀ ਹੈ? ਪ੍ਰਭੂ ਦੀ ਪ੍ਰਾਪਤੀ ਦਾ ਸਭ ਤੋਂ ਵਧੀਆ ਸਾਧਨ ਸਿਮਰਨ ਹੀ ਹੈ। ਸਾਨੂੰ ਆਪਣੇ ਜੀਵਨ ਵਿੱਚ ਨਾਮ ਜਪਣਾ ਕਿਉਂ ਜ਼ਰੂਰੀ ਹੈ? ਹੋਰ ਸਾਰੇ ਕਰਮਾਂ ਧਰਮਾਂ ਨਾਲੋਂ ਨਾਮ ਜਪਣਾ ਕਿਉਂ ਉੱਚ ਸ਼੍ਰੇਣੀ ਦਾ ਕਰਮ ਹੈ? ਸਾਡੇ ਮਨ ਜੋ ਮਲੀਨ ਹੋਏ ਹੈ ਉਹਨਾਂ ਨੂੰ ਕਿਵੇਂ ਪਵਿੱਤਰ ਕੀਤਾ ਜਾ ਸਕਦਾ ਹੈ? ਅੱਜ ਆਪਾਂ ਇਸ ਵੀਡੀਓ 'ਚ ਸਿਮਰਨ ਦੀ ਜੁਗਤੀ ਦੁਆਰਾ ਇਸ ਵੀਡੀਓ 'ਚ ਆਪਾਂ ਸਾਂਝ ਪਾਉਂਦੇ ਹਾਂ ਕਿ ਸੇਵਾ ਤੇ ਸਿਮਰਨ ਸਿੱਖੀ ਦੇ ਦੋ ਅਜਿਹੇ ਥੰਮ ਹਨ ਜਿਨ੍ਹਾਂ ਦੇ ਆਸਰੇ ਸਿੱਖੀ ਦਾ ਮਹਿਲ ਖੜਾ ਹੈ। ਇਹਨਾਂ ਦੋਵਾਂ ਵਿੱਚੋਂ ਕਿਸੇ ਨੂੰ ਵੀ ਸਿੱਖੀ 'ਚੋਂ ਕੱਢਿਆ ਨਹੀਂ ਜਾ ਸਕਦਾ। ਜਿਵੇਂ ਬੇੜੀ ਨੂੰ ਚਲਾਉਣ ਲਈ ਦੋ ਚਾਪੂਆਂ, ਗੱਡੀ ਨੂੰ ਚਲਾਉਣ ਲਈ ਦੋ ਪਹੀਆਂ, ਮਨੁੱਖ ਨੂੰ ਤੁਰਨ ਲਈ ਦੋ ਲੱਤਾਂ ਤੇ ਪੰਛੀ ਨੂੰ ਉੱਡਣ ਲਈ ਦੋ ਖੰਭਾਂ ਦੀ ਲੋੜ ਹੁੰਦੀ ਹੈ, ਐਵੇਂ ਹੀ ਜਗਿਆਸੂ ਨੂੰ ਅਧਿਆਤਮਕ ਮੰਡਲ ਵਿੱਚ ਉਡਾਰੀਆਂ ਲਾਉਣ ਲਈ ਸੇਵਾ ਅਤੇ ਸਿਮਰਨ ਰੂਪੀ ਇਹਨਾਂ ਦੋ ਖੰਭਾਂ ਦੀ ਲੋੜ ਹੁੰਦੀ ਹੈ। ਸੇਵਾ ਬਾਰੇ ਵਿਚਾਰ ਅਸੀਂ ਪਿਛਲੇ ਵੀਡੀਓ 'ਚ ਕੀਤੀ ਹੈ ਜੀ। ਸੋ ਹੁਣ ਅਸੀਂ ਸਿਮਰਨ ਬਾਰੇ ਗੱਲ ਕਰਕੇ ਸਿਮਰਨ ਦੀ ਮਹਾਨਤਾ ਅਤੇ ਇਹ ਕਿਵੇਂ ਕੀਤਾ ਜਾਂਦਾ ਹੈ। ਪਾਵਨ ਗੁਰਬਾਣੀ ਵਿੱਚ ਪ੍ਰਭੂ ਦਾ ਸਿਮਰਨ ਕਰਨ ਤੇ ਬੜਾ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਸਮੁੱਚੀ ਗੁਰਬਾਣੀ ਦਾ ਸਾਰ ਨਿਚੋੜ ਪ੍ਰਭੂ ਦਾ ਸਿਮਰਨ ਕਰਨਾ ਹੀ ਹੈ। ਗੁਰਬਾਣੀ ਵਿੱਚ ਸਿਮਰਨ ਨੂੰ ਪ੍ਰਭੂ ਪ੍ਰਾਪਤੀ ਦਾ ਸਭ ਤੋਂ ਸੌਖਾ ਅਤੇ ਵਧੀਆ ਸਾਧਨ ਕਿਹਾ ਗਿਆ ਹੈ। ਸਿਮਰਨ ਨੂੰ ਸਭ ਤੋਂ ਉੱਚਾ ਸਥਾਨ ਦਿੰਦੇ ਹੋਏ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੋਚਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚੋਂ ਇਹ ਪੌੜੀ ਲਈ ਗਈ ਹੈ ਜੀ। ਇਸ ਦਾ ਭਾਵ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ, ਅਰਥਾਤ ਹੋਰ ਕੋਈ ਕਰਮ ਧਰਮ ਇਸ ਦੇ ਬਰਾਬਰ ਨਹੀਂ ਹੈ ਤੇ ਅਨੇਕਾਂ ਹੀ ਜੀਵਾਂ ਦਾ ਸਿਮਰਨ ਕਰਨ ਨਾਲ ਪਾਰ ਉਤਾਰਾ ਹੋ ਗਿਆ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਿਵੇਂ ਜੇਕਰ ਸਾਡਾ ਸਰੀਰ ਤੇ ਹੱਥ ਪੈਰ ਮਿੱਟੀ ਨਾਲ ਗੰਦੇ ਹੋ ਜਾਣ ਤਾਂ ਅਸੀਂ ਉਹਨਾਂ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਲੈਂਦੇ ਹਾਂ, ਅਤੇ ਜੇਕਰ ਕੋਈ ਬਹੁਤ ਮੈਲਾ ਕੱਪੜਾ ਹੋ ਜਾਵੇ ਤਾਂ ਉਸ ਨੂੰ ਅਸੀਂ ਸਾਬਣ ਲਾ ਕੇ ਸਾਫ਼ ਕਰ ਲੈਂਦੇ ਹਾਂ। ਸੋ ਐਵੇਂ ਹੀ ਜੇ ਸਾਡਾ ਮਨ
ਪਾਪਾਂ ਦੀ ਮੈਲ ਨਾਲ ਭਰ ਜਾਵੇ ਤਾਂ ਉਹ ਕੇਵਲ ਨਾਮ ਰੂਪੀ ਸਾਬਣ ਨਾਲ ਹੀ ਸਾਫ਼ ਕੀਤਾ ਜਾ ਸਕਦਾ ਹੈ। ਭਾਵ ਨਾਮ ਜਪੇ ਕੇ ਹੀ ਮਲੀਨ ਹੋ ਚੁੱਕੇ ਮਨ ਨੂੰ ਪਵਿੱਤਰ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਜੀ ਦੇ ਇਹ ਪਾਵਨ ਬਚਨ ਇਸ ਪ੍ਰਕਾਰ ਹਨ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਪੌੜੀਆਂ ਜਪਜੀ ਸਾਹਿਬ ਵਿੱਚੋਂ ਲਈਆਂ ਗਈਆਂ ਹੈ ਜੀ। ਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਵਤਰ ਅਤੇ ਰੁੱਤ ਅਨੁਸਾਰ, ਭਾਵ ਜਦੋਂ ਜੋ ਫਸਲ ਬੀਜਣ ਦਾ ਸਮਾਂ ਹੋਵੇ, ਬੀਜੀ ਗਈ ਫਸਲ ਹੀ ਉੱਗ ਕੇ ਫਲੀਭੂਤ ਪ੍ਰਫੁੱਲਿਤ ਹੁੰਦੀ ਹੈ। ਅਤੇ ਜੇਕਰ ਸਮਾਂ ਲੰਘੇ ਤੋਂ ਕੋਈ ਫਸਲ ਬੀਜੀ ਜਾਵੇ ਤਾਂ ਪਹਿਲੀ ਤਾਂ ਗੱਲ ਉਹ ਉੱਗਦੀ ਹੀ ਨਹੀਂ, ਜੇ ਉੱਗ ਵੀ ਪਵੇ ਤਾਂ ਉਹ ਨਾ ਤਾਂ ਵੱਧਦੀ ਫੁੱਲਦੀ ਹੈ ਤੇ ਨਾ ਹੀ ਉਸ ਨੂੰ ਕੋਈ ਫਲ ਲੱਗਦਾ ਹੈ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਇਵੇਂ ਹੀ ਹੁਣ ਨਾਮ ਰੂਪੀ ਫਸਲ ਬੀਜਣ ਦਾ ਸਮਾਂ ਹੈ ਤੇ ਇਸ ਸਮੇਂ ਵਿੱਚ ਜੇਕਰ ਕੋਈ ਹੋਰ ਫਸਲ ਬੀਜੇਗਾ, ਭਾਵ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਜਗ ਕਰਨੇ, ਪੂਜਾ ਕਰਨੀ ਆਦਿ ਕਰਮ ਕਰੇਗਾ ਤਾਂ ਉਹ ਫਲੀਭੂਤ ਨਹੀਂ ਹੋਣਗੇ। ਗੁਰੂ ਸਾਹਿਬ ਜੀ ਦੇ ਇਹ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ। ਅਬ ਕੂਲ ਆਇਓ ਰੇ, ਏਕ ਨਾਮ ਬੋਵਹੋ ਬੋਵਹੋ, ਅਨਰੁਤ ਨਾਹੀ ਨਾਹੀ, ਮਤ ਭਰਮ ਭੁੱਲਹੋ ਭੁੱਲਹੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਾਵਨ ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਸਾਰੇ ਯੁਗਾਂ ਦਾ ਆਪੋ ਆਪਣਾ ਧਰਮ ਹੈ। ਜਿਵੇਂ ਸਤਯੁਗ ਵਿੱਚ ਸੱਚ ਅਨੁਸਾਰ ਚੱਲਣਾ ਤੇ ਸੱਚ ਬੋਲਣਾ ਪ੍ਰਧਾਨ ਕਰਮ ਸੀ, ਦੁਆਪਰ ਵਿੱਚ ਜਗ ਕਰਨੇ ਪ੍ਰਧਾਨ ਕਰਮ ਮੰਨਿਆ ਗਿਆ ਅਤੇ ਤ੍ਰੇਤੇ ਯੁੱਗ ਵਿੱਚ ਪੂਜਾ ਕਰਨ ਦੀ ਪ੍ਰਧਾਨਤਾ ਹੋ ਗਈ। ਇਸੇ ਤਰ੍ਹਾਂ ਇਹਨਾਂ ਤਿੰਨਾਂ ਯੁਗਾਂ ਵਿੱਚ ਇਹਨਾਂ ਤਿੰਨਾਂ ਕੰਮਾਂ ਦੀ ਪ੍ਰਧਾਨਤਾ ਰਹੀ। ਪਰ ਹੁਣ ਇਸ ਕਲਯੁੱਗ ਦੇ ਸਮੇਂ ਵਿੱਚ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਧਾਨ ਕਰਮ ਹੈ ਅਤੇ ਇਹ ਹੀ ਸਭ ਦਾ ਆਸਰਾ ਹੈ। ਭਗਤ ਰਵਿਦਾਸ ਜੀ ਦੇ ਪਾਵਨ ਬਚਨ ਫਰਮਾਉਂਦੇ ਹਨ। ਸਤਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, तीनों युग तीनों दिड़े कल केवल नाम आधार। गुरु ग्रंथ साहिब जी महाराज की पावन पवित्र गुरबाणी विच गुरु साहिब जी ने बड़े सोहने तरीके नाल बार बार यह स्पष्ट किया है कि सानू इहो मनुखा जन्म प्रभु विच लीन होने वास्ते ही मिलिया है कि प्रभु ਵਿੱਚ ਅਭੇਦ ਹੋਣ ਦਾ ਤਰੀਕਾ ਗੁਰੂ ਸਾਹਿਬ ਜੀ ਨੇ ਕੇਵਲ ਪ੍ਰਭੂ ਦਾ ਨਾਮ ਜਪਣਾ ਹੀ ਦੱਸਿਆ ਹੈ। ਇਸ ਬਾਰੇ ਗੁਰਬਾਣੀ ਇਸ ਤਰ੍ਹਾਂ ਫਰਮਾਉਂਦੀ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ,
ਅਵਰ ਕਾਜ ਤੇਰਾ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਗੁਰਬਾਣੀ ਦੀਆਂ ਇਹਨਾਂ ਸਾਰੀਆਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਦਾ ਨਾਮ ਜਪਣ ਦੀ ਮਹਾਨਤਾ ਹੀ ਦੱਸਿਆ ਗਿਆ ਹੈ ਅਤੇ ਨਾਮ ਜਪਣਾ ਹੀ ਜੀਵ ਕੋਲ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਉਹ ਵਿਕਾਰਾਂ ਤੋਂ ਮੁਕਤੀ ਪਾ ਸਕਦਾ ਹੈ ਤੇ ਮਨ ਦੀ ਪਵਿੱਤਰਤਾ ਪ੍ਰਾਪਤ ਕਰਕੇ ਪ੍ਰਭੂ ਵਿੱਚ ਲੀਨ ਹੋ ਸਕਦਾ ਹੈ। ਹੁਣ ਅਸੀਂ ਇਸ ਗੱਲ ਉੱਤੇ ਵਿਚਾਰ ਕਰਾਂਗੇ ਕਿ ਨਾਮ ਜਪਣਾ ਕਿਵੇਂ ਹੈ। ਪ੍ਰਭੂ ਦਾ ਨਾਮ ਜਪਣ ਦੀ ਕੋਈ ਖਾਸ ਯੁਕਤੀ ਨਹੀਂ ਹੈ। ਜਿਵੇਂ ਜਦੋਂ ਕਿਸੇ ਨੂੰ ਭੁੱਖ ਜਾਂ ਪਿਆਸ ਲੱਗੀ ਹੋਵੇ ਤੇ ਉਸ ਦੇ ਸਾਹਮਣੇ ਪਾਣੀ ਅਤੇ ਰੋਟੀ ਪਈ ਹੋਵੇ ਤਾਂ ਉਹ ਕਿਸੇ ਕੋਲੋਂ ਇਹ ਨਹੀਂ ਪੁੱਛਦਾ ਕਿ ਇਹ ਖਾਣੀ ਕਿਵੇਂ ਹੈ, ਬਸ ਬੇਸਬਰਿਆਂ ਵਾਂਗ ਉਸ 'ਤੇ ਟੁੱਟ ਕੇ ਪੈ ਜਾਂਦਾ ਹੈ ਤੇ ਖਾ ਕੇ ਆਪਣੀ ਭੁੱਖ ਮਿਟਾ ਲੈਂਦਾ ਹੈ। ਇਵੇਂ ਹੀ ਸਿੱਖ ਇਹ ਪੁੱਛਦਾ ਨਹੀਂ ਫਿਰਦਾ ਕਿ ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ। ਉਹ ਤਾਂ ਹਰ ਵੇਲੇ ਪ੍ਰਭੂ ਦਾ ਨਾਮ ਜਪਣ ਦੇ ਆਹਰ ਵਿੱਚ ਹੀ ਲੱਗਿਆ ਰਹਿੰਦਾ ਹੈ ਤੇ ਹਰ ਸਮੇਂ ਇਸ ਕੋਸ਼ਿਸ਼ ਵਿੱਚ ਰਹਿੰਦਾ ਹੈ ਕਿ ਉਸ ਕੋਲੋਂ ਕੋਈ ਅਜਿਹਾ ਕੰਮ ਨਾ ਹੋਵੇ ਜੋ ਪ੍ਰਭੂ ਦੇ ਹੁਕਮ ਦੇ ਉਲਟ ਹੈ ਤੇ ਜਿਸ ਨਾਲ ਉਹ ਪ੍ਰਭੂ ਪਿਆਰੇ ਤੋਂ ਦੂਰ ਹੋ ਜਾਵੇ। ਇਸ ਬਾਰੇ ਪਾਵਨ ਗੁਰਬਾਣੀ ਇਸ ਤਰ੍ਹਾਂ ਬਚਨ ਕਰਦੀ ਹੈ, ਭੂਖੇ ਖਾਵਤ ਲਾਜ ਨ ਆਵੈ, ਤਿਉ ਹਰ ਜਨ ਹਰ ਗੁਣ ਗਾਵੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਪਰ ਫਿਰ ਵੀ ਸੰਤਾਂ ਮਹਾਂਪੁਰਸ਼ਾਂ ਨੇ ਇੱਕ ਸਾਧਾਰਨ ਜਗਿਆਸੂ ਲਈ ਨਾਮ ਜਪਣ ਦੀਆਂ ਕੁਝ ਜੁਗਤੀਆਂ ਨਿਰਧਾਰਿਤ ਕੀਤੀਆਂ ਹਨ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਨੇ ਨਾਮ ਜਪਣ ਦੀ ਜੁਗਤੀ ਇਸ ਤਰ੍ਹਾਂ ਦੱਸੀ ਹੈ। ਹੋਠਾਂ ਨਾਲ ਪਹਿਲਾਂ ਜਗਿਆਸੂ ਉੱਚੀ ਉੱਚੀ ਵਾਹਿਗੁਰੂ ਦਾ ਸਿਮਰਨ ਕਰੇ ਅਤੇ ਗੁਰਬਾਣੀ ਪੜ੍ਹੇ। ਜਗਿਆਸੂ ਇਹ ਸਮਝੇ ਕਿ ਮੇਰਾ ਅਕਾਲ ਪੁਰਖ ਮੇਰੇ ਹਿਰਦੇ ਵਿੱਚ ਵਿਰਾਜਮਾਨ ਹੈ ਤੇ ਉਹ ਹੀ ਮੇਰੇ ਕੋਲ ਨਾਮ ਜਪਵਾ ਰਿਹਾ ਹੈ। ਸੁਰਤ ਨੂੰ ਹਿਰਦੇ ਵਿੱਚ ਸ਼ਬਦ ਗੁਰੂ ਨਾਲ ਲੀਨ ਕਰੇ ਅਤੇ ਕੰਨਾਂ ਨਾਲ ਵਾਹਿਗੁਰੂ 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 ਦੀ ਧੁਨੀ ਸੁਣੇ। ਇਸ ਅਵਸਥਾ ਨੂੰ ਵੱਖਰੀ ਕਹਿੰਦੇ ਹਨ। ਇਸ ਅਵਸਥਾ ਨੂੰ ਵੱਖਰੀ ਕਹਿੰਦੇ ਹਨ। ਦੂਜੀ ਅਵਸਥਾ ਵਿੱਚ ਹੋਠ ਬੰਦ ਹੋਣ ਤੇ ਜੀਭ ਦੀ ਟੀਸੀ ਤਾਲੂ ਨਾਲ ਲੱਗੇ ਅਤੇ ਹੌਲੀ ਹੌਲੀ ਵਾਹਿਗੁਰੂ 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 ਉਚਾਰੀ ਜਾਵੇ। ਭਾਵ ਕੰਠ ਵਿੱਚ ਵਾਹਿਗੁਰੂ ਦਾ ਜਾਪ ਕਰੇ ਤੇ ਸੁਰਤ ਪ੍ਰਭੂ ਦੀ ਹਜ਼ੂਰੀ ਨਾਲ ਜੁੜੀ ਰਹੇ। ਇਸ ਅਵਸਥਾ ਨੂੰ ਮੱਧਮਾ ਕਹਿੰਦੇ ਹਨ। ਤੀਜੀ ਅਵਸਥਾ ਵਿੱਚ ਸਵਾਸ ਅੰਦਰ ਜਾਵੇ ਤਾਂ ਵਾਹ ਨਾਲ ਜਾਵੇ ਅਤੇ ਜਦੋਂ ਬਾਹਰ ਆਵੇ ਤਾਂ ਗੁਰੂ ਨਾਲ ਆਵੇ। ਭਾਵ ਸਵਾਸਾਂ ਨਾਲ ਜਾਪ ਕਰੇ। ਇਸ ਅਵਸਥਾ ਨੂੰ ਪਸੰਤੀ ਕਹਿੰਦੇ ਹਨ। ਇਸ ਅਵਸਥਾ ਨੂੰ ਪਸੰਤੀ ਕਹਿੰਦੇ ਹਨ। ਚੌਥੀ ਪੌੜੀ ਬੇਅੰਤ ਅਭਿਆਸ ਦੇ ਮਗਰੋਂ ਆਪਣੇ ਆਪ ਹੀ ਆ ਜਾਂਦੀ ਹੈ।
ਇਸ ਵਿੱਚ ਸ਼ਬਦ ਤੇ ਸੁਰਤ ਇੱਕ ਹੋ ਜਾਂਦੇ ਹਨ ਅਤੇ ਪ੍ਰਾਣੀ ਰੋਮ ਰੋਮ ਸਹਿਜੇ ਹੀ ਨਾਮ ਜਪੀ ਜਾਂਦਾ ਹੈ। ਇਸ ਅਵਸਥਾ ਨੂੰ ਪਰਾ ਕਹਿੰਦੇ ਹਨ। ਇਹਨਾਂ ਸਾਰਿਆਂ ਨਾਮ ਜਪਣ ਦੀਆਂ ਪੌੜੀਆਂ ਵਿੱਚ ਅਤ ਲੋੜੀਂਦੀ ਗੱਲ ਇਹ ਹੈ ਕਿ ਨਾਮ ਅਕਾਲ ਪੁਰਖ ਦੀ ਹਜ਼ੂਰੀ ਨੂੰ ਹਿਰਦੇ ਵਿੱਚ ਪ੍ਰਤੀਤ ਕਰਦਿਆਂ ਹੋਇਆਂ ਜਪਿਆ ਜਾਵੇ। ਜਗਿਆਸੂ ਇਹ ਦ੍ਰਿੜ ਪ੍ਰਤੀਤ ਕਰੇ ਕਿ ਮੇਰੇ ਸਵਾਸਾਂ ਨੂੰ ਪ੍ਰਭੂ ਹੀ ਚਲਾ ਰਿਹਾ ਹੈ। ਸਾਨੂੰ ਆਪਣੇ ਕੰਮ ਕਾਰ ਕਰਦਿਆਂ, ਤੁਰੇ ਫਿਰਦਿਆਂ, ਖਾਂਦਿਆਂ ਪੀਂਦਿਆਂ, ਉੱਠਦਿਆਂ ਬਹਿੰਦਿਆਂ ਤੇ ਸੌਂਦਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਸੰਤ ਅਤਰ ਸਿੰਘ ਜੀ ਮਹਾਰਾਜ ਜਦੋਂ ਹਜ਼ੂਰ ਸਾਹਿਬ ਗਏ ਤਾਂ ਸਾਰੇ ਰਸਤੇ 'ਚ ਉਹ ਵਾਹਿਗੁਰੂ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਹੋਏ ਗਏ। ਜਦੋਂ ਸੱਜਾ ਪੈਰ ਅੱਗੇ ਰੱਖਣ ਤਾਂ ਵਾਹ ਆਖਣ ਤੇ ਜਦੋਂ ਖੱਬਾ ਪੈਰ ਅੱਗੇ ਰੱਖਣ ਤਾਂ ਗੁਰੂ ਉਚਾਰਨ। ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਭਗਤ ਤ੍ਰਿਲੋਚਨ ਜੀ ਰਾਹੀਂ ਸਮੁੱਚੇ ਸੰਸਾਰ ਨੂੰ ਉਪਦੇਸ਼ ਦਿੰਦੇ ਹਨ ਕਿ ਸਾਨੂੰ ਹੱਥਾਂ ਪੈਰਾਂ ਨਾਲ ਸੰਸਾਰ ਦੇ ਕੰਮ ਕਾਰ ਕਰਦਿਆਂ ਹੋਇਆਂ ਵੀ ਮਨ ਨਾਲ ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਭਗਤ ਜੀ ਦੇ ਇਹ ਪਾਵਨ ਵਚਨ ਇਸ ਪ੍ਰਕਾਰ ਹਨ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਹੈ ਸੋ ਹੱਥਾਂ ਪੈਰਾਂ ਨਾਲ ਆਪਣੇ ਕੰਮ ਕਾਰ ਕਰਦਿਆਂ ਹੋਇਆਂ ਵੀ ਮਨ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬੀ ਦਾ ਅਖਾਣ ਹੈ ਹੱਥ ਕਾਰ ਵੱਲ ਚਿੱਤ ਕਰਤਾਰ ਵੱਲ। ਗੁਰਬਾਣੀ ਦਾ ਪਾਠ ਕਰਦੇ ਸਮੇਂ ਵੀ ਏਕਾਗਰ ਚਿੱਤ ਹੋ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਪਾਠ ਕਰਦੇ ਸਮੇਂ ਮਨ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਗੁਰੂ ਮੇਰੇ ਨਾਲ ਗੱਲਾਂ ਕਰ ਰਿਹਾ ਹੈ ਤੇ ਗੁਰੂ ਸਾਹਿਬ ਜੀ ਮੈਨੂੰ ਇਲਾਹੀ ਉਪਦੇਸ਼ ਦੇ ਕੇ ਮੇਰਾ ਭਲਾ ਕਰ ਰਹੇ ਹਨ। ਪਾਠ ਕਰਦੇ ਸਮੇਂ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਵੀ ਮੁੱਖ ਰੱਖਣਾ ਚਾਹੀਦਾ ਹੈ। ਭਾਵ ਹੱਥ ਪੈਰ ਧੋ ਕੇ ਤੇ ਸਿਰ ਢੱਕ ਕੇ ਬੜੇ ਸਾਵਧਾਨ ਹੋ ਕੇ ਬੈਠਣਾ ਚਾਹੀਦਾ ਹੈ। ਅਜਿਹਾ ਵੀ ਨਾ ਹੋਵੇ ਕਿ ਪਾਠ ਕਰਦੇ ਸਮੇਂ ਅਸੀਂ ਇੱਕ ਦੂਜੇ ਨਾਲ ਗੱਲਾਂ ਕਰੀ ਜਾਈਏ ਤਾਂ ਇੱਧਰ ਉੱਧਰ ਦੇਖੀ ਜਾਈਏ ਤੇ ਜਾਂ ਫਿਰ ਵਾਰ-ਵਾਰ ਆਪਣੇ ਸਰੀਰ ਦੇ ਅੰਗਾਂ ਤੇ ਖਾਰਿਸ਼ ਕਰੀ ਜਾਈਏ, ਕਿਉਂਕਿ ਇਹ ਸਭ ਕੁਝ ਕਰਨ ਨਾਲ ਗੁਰਬਾਣੀ ਵਿੱਚ ਧਿਆਨ ਨਹੀਂ ਜੁੜਦਾ। ਕਿਉਂ ਜੋ ਪਾਠ ਕਰਦੇ ਸਮੇਂ ਜਿੱਥੇ ਮਨ ਦੀ ਇਕਾਗਰਤਾ ਦੀ ਲੋੜ ਹੈ ਉੱਥੇ ਨਾਲ ਹੀ ਸਰੀਰ ਦਾ ਸਾਵਧਾਨ ਹੋਣਾ ਵੀ ਜ਼ਰੂਰੀ ਹੈ। ਇਸ ਬਾਬਤ ਗੁਰੂ ਸਾਹਿਬ ਜੀ ਇਸ ਤਰ੍ਹਾਂ ਫਰਮਾਉਂਦੇ ਹਨ। ਪਰਬ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਪਾਠ ਕਰਦੇ ਸਮੇਂ ਸਰੀਰ ਕਰਕੇ ਸਾਵਧਾਨ ਤੇ ਮਨ ਕਰਕੇ ਇਕਾਗਰ ਚਿੱਤ ਹੋ ਕੇ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਠ ਕਰਨ ਸਮੇਂ ਪਾਠ ਬੜੇ ਪ੍ਰੇਮ ਨਾਲ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ
ਕੇ ਅਤੇ ਅਰਥਾਂ ਨੂੰ ਵਿਚਾਰ ਕੇ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕੀ ਉਪਦੇਸ਼ ਤੇ ਸਿੱਖਿਆ ਦੇ ਰਹੇ ਹਨ, ਇਹ ਸਮਝਣਾ ਚਾਹੀਦਾ ਹੈ। ਜਿੰਨਾ ਅਸੀਂ ਅਰਥਾਂ ਨੂੰ ਵਿਚਾਰ ਕੇ ਪਾਠ ਕਰਾਂਗੇ, ਓਨਾ ਹੀ ਸਾਡਾ ਧਿਆਨ ਗੁਰਬਾਣੀ ਵਿੱਚ ਜੁੜੇਗਾ ਤੇ ਮਨ ਇੱਧਰ ਉੱਧਰ ਨਹੀਂ ਭਟਕੇਗਾ। ਕਿਉਂਕਿ ਸਾਡਾ ਮਨ ਜਦੋਂ ਹੀ ਇੱਧਰ ਉੱਧਰ ਦੌੜਦਾ ਹੈ, ਜਦੋਂ ਅਸੀਂ ਗੁਰਬਾਣੀ ਦਾ ਪਾਠ ਪ੍ਰੇਮ ਨਾਲ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਤੇ ਅਰਥਾਂ ਨੂੰ ਵਿਚਾਰ ਕੇ ਨਹੀਂ ਕਰਦੇ, ਕਿਉਂ ਜੋ ਅਸੀਂ ਮਨ ਨੂੰ ਇੱਧਰ ਉੱਧਰ ਭਟਕਣ ਲਈ ਵਿਹਲਾ ਛੱਡ ਦਿੰਦੇ ਹਾਂ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਅਨੇਕਾਂ ਦਿਲ ਟੁੱਬੀਆਂ ਦਲੀਲਾਂ ਦੇ ਕੇ ਮਨੁੱਖ ਨੂੰ ਬੇਲਗਾਮ ਮਨ ਨੂੰ ਦੁਰਕਾਰਿਆ ਹੈ ਤੇ ਕਈ ਥਾਈਂ ਪ੍ਰੇਮ ਨਾਲ ਵੀ ਸਮਝਾਇਆ ਹੈ। ਸੋ ਜਦੋਂ ਅਸੀਂ ਪ੍ਰੇਮ ਨਾਲ ਸਮਝ ਕੇ ਪਾਠ ਕਰਦੇ ਹਾਂ ਤਾਂ ਮਨ ਤੇ ਉਹਨਾਂ ਸਾਰੀਆਂ ਗਈਆਂ ਠੋਕਰਾਂ ਦਾ ਅਸਰ ਜ਼ਰੂਰ ਪੈਂਦਾ ਹੈ ਤੇ ਉਹ ਦੁਰਮਤ ਦਾ ਤਿਆਗ ਕਰਕੇ ਗੁਰਮਤ ਦਾ ਧਾਰਨੀ ਬਣਦਾ ਹੈ। ਸੋ ਇਹਨਾਂ ਸਾਰਿਆਂ ਵਿਚਾਰਾਂ ਤੋਂ ਬਿਲਕੁਲ ਸਪਸ਼ਟ ਹੈ ਕਿ ਅਸੀਂ ਸਿਮਰਨ ਕਿਵੇਂ ਤੇ ਕਿਉਂ ਕਰਨਾ ਚਾਹੀਦਾ ਹੈ। ਸਾਡੇ ਸਰੀਰ ਦਾ ਖੁਰਾਕ ਭੋਜਨ ਹੈ ਤੇ ਇਹ ਸਾਡੇ ਲਈ ਹਰ ਰੋਜ਼ ਖਾਣਾ ਜ਼ਰੂਰੀ ਹੈ। ਤਿਵੇਂ ਹੀ ਸਾਡੀ ਆਤਮਾ ਦੀ ਖੁਰਾਕ ਨਾਮ ਬਾਣੀ ਦਾ ਸਿਮਰਨ ਕਰਨਾ ਹੈ। ਇਸ ਲਈ ਹਰ ਰੋਜ਼ ਨਾਮ ਜਪਣਾ ਵੀ ਸਾਡੇ ਲਈ ਅਤੀ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਨਿਤਨੇਮ ਦਾ ਪਾਠ ਵਿੱਚ ਬਿਨਾਂ ਕੋਈ ਨਾਂਗਾ ਪਾਇਆ ਹਰ ਰੋਜ਼ ਪਾਠ ਕਰਨਾ ਚਾਹੀਦਾ ਹੈ। ਜਿੰਨਾ ਅਸੀਂ ਪ੍ਰਭੂ ਦਾ ਨਾਮ ਜਪਾਂਗੇ, ਉਨਾ ਹੀ ਅਸੀਂ ਦੁਨਿਆਵੀ ਪੱਖੋਂ ਵੀ ਸਫਲਤਾ ਪ੍ਰਾਪਤ ਕਰਾਂਗੇ ਤੇ ਅਧਿਆਤਮਕ ਪੱਖੋਂ ਵੀ ਚੜ੍ਹਦੀ ਕਲਾ ਵਿੱਚ ਰਹਾਂਗੇ ਤੇ ਆਤਮਿਕ ਆਨੰਦ ਤੇ ਬੜਾ ਖੇੜਾ ਪ੍ਰਾਪਤ ਕਰ ਸਕਾਂਗੇ। ਸੋ ਇਸ ਤਰ੍ਹਾਂ ਸੇਵਾ ਤੇ ਸਿਮਰਨ ਦੀ ਵਿਚਾਰਾਂ ਗੁਰਮਤਿ ਅਨੁਸਾਰ ਕਰਦਿਆਂ ਹੋਇਆਂ ਇੱਕ ਨਹੀਂ ਕਈ ਪ੍ਰਕਾਰ ਦੀਆਂ ਗਲਤੀਆਂ ਬੋਲਦਿਆਂ, ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਅਨੇਕਾਂ ਗਲਤੀਆਂ ਹੋਈਆਂ ਹੈ ਜੀ। ਆਪ ਜੀ ਦਾ ਅਣਜਾਣ ਬੱਚਾ ਸਮਝ ਕੇ ਬਖਸ਼ ਲੈਣਾ ਜੀ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।